Dear students, good morning. Today we are start with the new topic that is obelia, the cipher. ਬੇਟੇ ਆਪਾਂ ਇਹਨਾਂ ਸਾਰਿਆਂ ਇਹਦੇ ਬਾਰੇ ਜਨਰਲ ਥੋੜਾ ਜਿਹਾ ਪੜਿਆ, ਪਰ ਫਿਰ ਵੀ ਮੈਂ ਤੁਹਾਨੂੰ ਇਹਦੇ ਨਾਲ ਦੁਬਾਰਾ ਤੋਂ ਇਸ ਬਾਰੇ ਥੋੜੀ ਜੀ ਗੱਲ ਕਰਦੇ ਹਾਂ ਬੇਸਿਕ ਪਲਾਨ ਦੇ ਅਕੋਰਡਿੰਗਲੀ, ਜਾਂ ਇਹਦੀ ਕਲੋਨੀ ਕਿਹੋ ਜਿਹੀ ਹੁੰਦੀ ਹੈ। ਜਦੋਂ ਵੀ ਬੇਟਾ ਆਪਾਂ ਇਸ ਓਬੀਲੀਆ ਨੂੰ ਜਦੋਂ ਆਪਾਂ ਦੇਖਦੇ ਹਾਂ, ਕਿਉਂਕਿ ਇਹ ਸੈਡੀਮੈਂਟਰੀ ਹੈ, ਇਟ ਇਜ਼ ਲੁੱਕ ਲਾਈਕ, ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਪਲਾਂਟ ਲਾਈਕ ਜਾਂ ਮੌਸ ਲਾਈਕ ਅਪੀਅਰੈਂਸ ਦਿੰਦਾ ਹੈ ਵਿਦ ਨੇਕਡ ਆਈ। ਸੋ ਜਦੋਂ ਆਪਾਂ ਉਸਨੂੰ ਨੇਕਡ ਆਈ ਨਾਲ ਦੇਖਦੇ ਹਾਂ ਤਾਂ ਸਾਨੂੰ ਇਹ ਇੱਕ ਤਰ੍ਹਾਂ ਦਾ ਇਸ ਤਰ੍ਹਾਂ ਦਾ ਨਜ਼ਰ ਆਉਂਦਾ ਹੈ, ਠੀਕ ਹੈ। ਇੱਕ ਸਮੋਲ ਪਲਾਂਟ ਲਾਈਕ ਕ੍ਰੀਏਚਰ ਇਜ਼ ਵਿਜ਼ੀਬਲ, ਜਿਵੇਂ ਲੱਗਦਾ ਹੈ ਕਿ ਇੱਕ ਛੋਟਾ ਜਿਹਾ ਪਲਾਂਟ ਹੈ, ਛੋਟੇ ਛੋਟੇ ਪਲਾਂਟਸ ਨੇ ਜਾਂ ਗਰਾਸ ਹੈ ਜਿਹਦੀਆਂ ਥੱਲੇ ਜਿਹੜੀਆਂ ਨੇ ਜੜ੍ਹਾਂ ਨੇ ਐਂਡ ਇਹ ਉੱਪਰ ਉਹਦੀਆਂ ਵਰਟੀਕਲ ਬ੍ਰਾਂਚਿਸ ਨਿਕਲੀਆਂ ਨੇ। ਇਹੀ ਜਿਹੜੀਆਂ ਨੇ ਇਹਨਾਂ ਨੂੰ ਆਪਾਂ ਨੇਮਿੰਗ ਹਾਈਡਰੋਰਾਈਜ਼ਾ ਜਿਹੜਾ ਕਿਹਾ ਜਾਂਦਾ ਹੈ, ਐਂਡ ਇਟ ਇਜ਼ ਕਾਲਡ ਐਜ਼ ਹਾਈਡਰੋਕੋਲਸ। ਸੋ ਆਪਾਂ ਹੁਣ ਸਟੱਡੀ ਕਰਦੇ ਹਾਂ ਡਿਟੇਲ ਕਿਸ ਤਰੀਕੇ ਦਾ ਜਿਹੜਾ ਹੈ ਇਹ ਐਨੀਮਲ ਆਪਾਂ ਨੂੰ ਵਿਜ਼ੀਬਲ ਹੁੰਦਾ, ਠੀਕ ਹੈ। ਸੋ ਲਾਈਕ ਦਿਸ, ਨਾਓ ਵੀ ਸਟਾਰਟ ਫਸਟ ਵਿਦ ਦੈਟ। ਜਿਹੜੀ ਹੈ ਕਲੋਨੀ ਕੰਸਿਸਟ ਆਫ ਟੂ ਟਾਈਪ ਆਫ ਬ੍ਰਾਂਚਿੰਗ ਫਿਲਾਮੈਂਟ। One is which is run horizontally, that is called as hydrorhiza, and which are fix the colony to the substratum, and they are collectively known as we can say ਜਿੰਨੀਆਂ ਵੀ ਸਾਰੀਆਂ ਇਹਨਾਂ ਨੂੰ ਆਪਾਂ ਹਾਈਡਰੋਰਾਈਜ਼ਾ ਕਹਿੰਦੇ ਹਾਂ। ਜਿਹੜੀ ਵਰਟੀਕਲ ਬ੍ਰਾਂਚਿਸ ਜਿਵੇਂ ਆ ਦੇਖ ਰਹੇ ਹਾਂ ਆ ਉੱਪਰ ਨਿਕਲ ਰਹੀ ਹੈ, ਇਹ ਵਰਟੀਕਲ ਬ੍ਰਾਂਚਿਸ ਜਿਹੜੀਆਂ ਨੇ ਦੇ ਅਰਾਈਜ਼ ਫਰੋਮ ਦਾ ਹਾਈਡਰੋਰਾਈਜ਼ਾ ਐਂਡ ਕਾਲਡ ਦਾ ਹਾਈਡਰੋਕੋਲਸ। ਹਾਈਡਰੋਕੈਲਸ ਬ੍ਰਾਂਚ ਜਿਹੜੀ ਆ ਉਹ ਸਕੋਰਪੋਇਡਲ ਸਾਈਮੋਸ ਮੈਨਰ ਨਾਲ ਅਪੀਅਰ ਹੁੰਦੀ, ਲਾਈਕ ਫਸਟ ਇੱਥੋਂ ਬੱਡ ਬਣ ਗਈ, ਫਿਰ ਉਸ ਤੋਂ ਅਲਟਰਨੇਟਿਵਲੀ, ਫਿਰ ਅਲਟਰਨੇਟਿਵਲੀ ਇਹ ਮੈਕੈਨਿਜ਼ਮ ਜਿਹੜਾ ਹੈ ਲਾਈਕ ਦਿਸ, ਇਸ ਤਰ੍ਹਾਂ, ਦੈਨ ਉਸ ਤੋਂ ਇਸ ਤਰ੍ਹਾਂ ਹੋ ਗਈ, ਫਿਰ ਇਹ ਬ੍ਰਾਂਚਿਸ ਹੋ ਗਈ, ਫਿਰ ਇਸ ਤਰੀਕੇ ਦਾ ਬ੍ਰਾਂਚਿੰਗ ਸਿਸਟਮ ਜਿਹੜਾ ਹੁੰਦਾ ਇਸ ਨੂੰ ਅਸੀਂ ਸਾਈਮੋਸ ਟਾਈਪ ਆਫ ਬ੍ਰਾਂਚਿੰਗ ਮੀਨਸ ਇੱਥੇ ਬੱਡ ਆ ਗਈ, ਫਿਰ ਇਹ ਗਰੋ ਕੀਤੀ, ਇੱਥੇ ਬੱਡ ਬਣ ਗਈ। ਸੋ ਦਿਸ ਮੈਕੈਨਿਜ਼ਮ ਇਜ਼ ਕਾਲਡ ਐਜ਼ ਸਾਈਮੋਸ, ਠੀਕ ਹੈ। ਸੋ ਔਰ ਜਿੱਥੇ ਉਹ ਐਂਡ ਹੁੰਦਾ ਬੱਡ ਜਿਹੜੀ ਆ ਉੱਥੇ ਕੀ ਹੈ, ਇੱਕ ਜ਼ੂਆਇਡ ਜਿਹੜਾ ਅਪੀਅਰ ਹੁੰਦਾ ਸਕਸੈਸਫੁਲੀ ਬ੍ਰਾਂਚਿਸ ਦੇ ਉੱਤੇ। ਸੋ ਹਾਈਡਰੋਕੋਲਾ ਗਰੋ ਇਨ zigzag ਮੈਨਰ ਵਿਦ ਦ ਸ਼ਾਰਟ ਬ੍ਰਾਂਚ ਐਟ ਦਾ ਐਂਡ ਹੈਵਿੰਗ ਇਸ ਤਰ੍ਹਾਂ ਲੱਗਦਾ ਜਿਵੇਂ ਨੋਡਸ, ਇੰਟਰਨੋਡਸ, ਦੈਨ ਨੋਡਸ, ਇੰਟਰਨੋਡਸ ਆਰ ਦੇਅਰ, ਠੀਕ ਹੈ। ਜਿਹੜੀ ਟਰੂ ਬ੍ਰਾਂਚ ਐਕਸਟੈਂਡ ਫਰੋਮ ਦਾ ਜਿਹੜੀ ਹੁੰਦੀ ਹੈ ਫਰੋਮ ਦਾ ਬੇਸ ਆਫ ਦਾ ਵੀ ਕੈਨ ਸੇ zooid to the point of origin to proceed side by side. Now ਜੇ ਆਪਾਂ it has two portion, ਜਿਹੜੀ ਆਪਾਂ ਇਹ ਬ੍ਰਾਂਚ ਆਪਾਂ ਦੀ ਗੱਲ ਕਰ ਰਹੇ ਹਾਂ ਇਸ ਦੇ ਦੋ ਪੋਰਸ਼ਨ ਚ ਆਪਾਂ ਇਸ ਨੂੰ ਡਿਵਾਈਡ ਕਰਦੇ ਹਾਂ। ਸੋ ਦਾ ਪੋਰਸ਼ਨ upper portion ਤੇ lower portion that forms a part of or internodal of the hydrocolus, and the upper portion that represent the side branch of the colus, ਠੀਕ ਹੈ ਨਾ। ਸੋ ਇੰਟਰਨੋਡਲ ਰੀਜਨ ਤੇ ਸਾਈਡ ਬ੍ਰਾਂਚ ਜਿਹੜੀ ਅਰਾਈਜ਼ ਹੋ ਰਹੀ ਹੈ ਲਾਈਕ ਦਿਸ, ਠੀਕ ਹੈ। ਨਾਓ ਦ ਹਾਈਡਰੋਕੋਲਸ ਇਜ਼ ਦਸ ਮੇਡ of a lower part of all the branches, and it have produced at its apex bud, which later develop into first zooid form. ਆਪਾਂ already ਤੁਹਾਨੂੰ ਦੱਸਿਆ ਸੀ ਕਿ it is a polymorphism having three types of zooids are present: polyp, that is hydranth or called trophozoid, blastocyst or called gonozoid, and third is called medusa or gonophore. ਸੋ ਹੁਣ ਆਪਾਂ ਇਸ ਜਿਹੜੀ ਹੈ ਇਸ ਵੀਡੀਓ ਦੇ ਵਿੱਚ ਕੋਸ਼ਿਸ਼ ਕਰਾਂਗੇ ਦਿਸ ਪੋਰਸ਼ਨ, ਦੈਟ ਮੀਨਸ ਪੋਲੀਪ ਬਾਰੇ ਸਟੱਡੀ, ਐਂਡ ਦੈਨ ਆਪਾਂ ਨੈਕਸਟ ਕੀ ਹੈ ਬਲਾਸਟੋਸਿਸਟ ਸਟਾਈਲ ਜਾਂ ਜਿਹੜੀ ਹੈ ਗੋਨੋ ਔਰ ਕਾਲਡ ਐਜ਼ ਅ ਗੋਨੋਜ਼ੋਇਡ ਬਾਰੇ ਗੱਲ ਕਰਾਂਗੇ, ਠੀਕ ਹੈ। ਸੋ ਨਾਓ ਜੇ ਹੁਣ ਆਪਾਂ ਇਸ ਨੂੰ ਦੇਖਦੇ ਹਾਂ, ਦ ਇੰਟਾਇਰ ਕਲੋਨੀ ਇਨਕਲੋਜ਼ ਅ ਕੰਟੀਨਿਊਸ ਕੈਵਿਟੀ called as gastrovascular cavity or called enterocoel, so that food will be distributed. So ਬੇਟਾ ਜਿਹੜੀ ਮੈਂ ਬਲੂ ਨਾਲ ਮਾਰਕਿੰਗ ਕੀਤੀ ਹੋਈ ਹੈ ਇਹ ਸਾਰੀ ਦੀ ਸਾਰੀ ਜਿਹੜੀ ਕੈਵਿਟੀ ਹੈ that is called as which cavity? Gastrovascular cavity, that is called as a gastrovascular cavity, ਠੀਕ ਹੈ। ਸੋ ਇਹ ਇਸ ਤਰੀਕੇ ਨਾਲ ਸਟਰਕਚਰਾਈਜੇਸ਼ਨ ਹੈ। ਹੁਣ ਆਪਾਂ ਇਸ ਦੇ ਉੱਤੇ ਫੋਕਸ ਕਰਦੇ ਹਾਂ ਜਿਹੜੇ ਪਾਰਟਸ ਵੀ ਨੇ। ਹੇਅਰ ਇਟ ਇਜ਼ ਅਗੇਨ ਬਲੂ ਜਿਹੜਾ ਹੈ that is gastrovascular cavity, ਉਹ ਦਾ that is
ਫਿਗਰ ਜਿਹੜੀ ਹੈ ਉਸ ਦੀ ਵਰਟੀਕਲ ਸੈਕਸ਼ਨ ਆਪਾਂ ਤੁਹਾਨੂੰ ਦਿਖਾਇਆ ਹੋਇਆ ਹੈ। ਠੀਕ ਹੈ, ਨਾਓ ਜਦੋਂ ਆਪਾਂ ਸਟਰਕਚਰਾਈਜੇਸ਼ਨ ਕਰ ਰਹੇ ਹਾਂ, ਨਾਓ ਦ ਵਾਲ ਆਫ ਦ polyp ਕਹ ਲਈਏ ਜਾਂ overall colony consist of two layers, the outer form that बार black दिख रही है, that is called as a perisac and inner is called as a cenosac। देखो cenosac real है and then perisac। जो अपन डिटेल च देखिए द perisac and cenosac, the cenosac is a living part of the colony as it is composed of cell, the perisac is non-living, chitinous and simply स्ट्रक्चराइजेशन है। ठीक है, पेरिसाक जी है वो नॉन लिविंग है। ठीक है, रिमेंबर दैट काइटनस सिक्रीशन ऑफ सीनोसाक, सीनोसाक इसमें फॉर्मेशन कर दी है ऑलरेडी आप कर चुके हैं। एंड द टू लेयर्स आर सेपरेटेड बाय अ फ्लूइड स्पेस एट सर्टन प्लेसेस हाउएवर द सीनोसाक बल्जेस एंड यूनाइटेड। आ देखो, ठीक है, इन्हां च मिजोगली है जी आप अगे करांगे, आ बल्ज हो जाती है एंड एक ज्वाइन कर जाती किते ना किते। ठीक है, लाइक दिस। सो इस तरीके नाल आपां ये कह सकते हैं कि इत्थे जिथे है माउथ रीजन है उत्थे ये दोनों लेयर्स अगे अगे पढ़ांगे एपिडर्मिस ते जिहड़ी है वो यूनाइट कर जाते हैं। ठीक है, एट द बेस ऑफ द पॉलिप देयर विल बी अ पेरिसाक हैज सर्कुलर ग्रूव्स कॉल्ड एनुलाई। आ देखो, ठीक है, एनुलाई इज प्रेजेंट। ठीक है, पेरिसाक एनुलाई is present which each below the zooid as well near the bend of the hydrocolus. Annuli will fix flexibility, to give flexibility to the organ upper, otherwise की stiffness नहीं आती। ठीक है, सो ये है जर्नलाइज जी आप स्ट्रक्चराइजेशन देख रहे हैं। सो नैक्सट जो आप नाल ही आप करते हैं कि स्ट्रक्चर सब तो पहले आप स्टडी करते हैं पॉलिप, क्योंकि ये लेयर्स होने करके तीनों डिवीजन होने करके तीन तरह के जूआइड फॉर्म्स ने। तो फर्स्ट फॉर्म जी आप मैं पहला भी तुहानूं दस्सिया कि तीन फॉर्म्स ने इन्हां दे अंदर, पॉलिप, गोनोजोइड फॉर्म एंड मेड्यूसा। नाउ स्टार्ट विद द पॉलिप और कॉल्ड एज, सो ये आप एक तरह का ओबिलिया का वैसे हाइड्रेंथ या पॉलिप फॉर्म है। सो इसकी आप स्ट्रक्चराइजेशन स्टडी करते हैं। सो ध्यान नाल इसनूं स्टडी करना बेटा। Position wise polyp is present at the tip of the hydrocoli and their branches, like tip थे। ठीक है, सो इन्हें आप जब पूरी का पूरा देखिए, सो दैट इज व्हाट इज प्रेजेंट इन अ पॉलिप। देखो कुछ टेंटिकल्स ने, देन हैविंग अ माउथ है दैट इज कॉल्ड हाइपोस्टोम, हाइड्रोथिका। ठीक है, सो एक्सटेंडेड हाइड्रेंथ है एंड देन शेल है, पेरिसाक जी ऑलरेडी आप कर चुके हैं ना। हुण जी है इसनूं आपां डिटेल स्टडी करते हैं। सो इस दे अकॉर्डिंगली की है, दैट इज़ अ पॉलिप जिहड़ा है दैट इज़ शॉर्ट थिक सिलेंड्रिकल बॉडी विद प्रोमिनेंट प्रोजेक्शन दैट इज़ कॉल्ड एज मेनूब्रियम। आ जिहड़ा है इसनूं मेनूब्रियम कहा जाता है, लाइक दिस। ठीक है, ये जिहड़ा है मे बी दैट इज़ रिटन ओवर देयर और वी कैन सी दे हैविंग अ प्रोमीनेंट जो स्ट्रक्चर सानू नज़र आ रहा आ सेंटर वाला जिन्होंने माउथ के हेठले वाला कुछ इज कॉल्ड मेनूब्रियम। ठीक है, एंड मेनूब्रियम और कॉल्ड हाइपोस्टोम। ठीक है, एंड इस दे विचकार की है सानू एक ओपनिंग नज़र आनी है एंड दैट ओपनिंग इज कॉल्ड एज माउथ। मेनूब्रियम इज अबाउट 1/3 ऑफ द टोटल लेंथ ऑफ द ज़ोइड टिबियर एंड टिप कॉल्ड एज अपर्चर माउथ। ਇਹਦੀ ਜਿਹੜੀ शेप है माउथ की वो वेरीएबल है कि शेप किस तरह की होएगी। द माउथ इज़ कैपेबल ऑफ एक्सपेंशन। द शेप जी है जी आप ट्रायंगुलर हम देख रहे हैं दिस इस तरह की शेप इट मे बी चेंजिस ड्यू टू द माउथ की जी है वो ओपनिंग होंगी है कि क्लोजिंग होंगी है। सो इट के शेप इज़ चेंज डिपेंड अपॉन द स्टेट ऑफ माउथ। इट इज़ कॉनिकल व्हेन द माउथ इज़ कंट्रैक्टेड। ठीक है, हम कॉनिकल है, कंट्रैक्टेड है। ठीक है, आ देखो withdrawal and it is having expanded in form या state of we can say trumpet like when the mouth is fully expanded and mouth at the ring of about this 30 finger like
projection कह लिए, filiform thread like structures called tentacles surround the mouth, or we can say base of the manubrium. The polyp is, देखो उन्हें सारा क्लियर हो गया ना. सो नाउ देखो, सो इट इज़ अ hypostome or called as a manubrium which having a opening called mouth and they lead into a cavity called gastrovascular cavity. Now ਆਪਾਂ ਕਵਰਿੰਗ ਕਰਦੇ ਹਾਂ ਕਿ ਜਿਹੜੀ ਪੈਰੀ ਸਾਕ ਹੈ, ਜਿਹੜੀ ਥੱਲਿਓਂ ਆਪਾਂ ਕਹਿ ਰਹੇ ਸੀ ਦਿਸ ਕਵਰਿੰਗ ਪਿੰਕ ਕਲਰ ਦੀ ਆ ਰਹੀ ਸੀ, this ਪੈਰੀ ਸਾਕ is continue with that of the polyparium branch expand to form a transparent vase-like protective covering around the polyp. It is called hydrotheca. now देखो this ਆ ਪੂਰੇ ਦਾ ਪੂਰੇ एक्सपैंड होगी ਤੇ ਉਹਨੇ ਕਿਹਦੇ ਵਾਂਗੂ ਵਾਸ ਸ਼ੇਪ ਸਟਰਕਚਰ ਬਣਾ ਲਿਆ and we name as hydrotheca. ठीक है. So this the hydrotheca is open at its distal end to let the polyp withdraw into it and or project out when required. That means ਇਹਦੇ ਅੰਦਰ polyp ਜਿਹੜਾ ਹੈ ਇਹ ਇਸ ਦੇ ਅੰਦਰ ਨੂੰ ਚਲ ਜਾਂਦਾ ਜਦੋਂ ਨਹੀਂ required ਹੁੰਦਾ. That means it is turned back and ਜਦੋਂ requirement ਉਹ ਬਾਹਰ ਆ ਜਾਂਦਾ ਹੈ. ठीक है. सो पॉलिप जोड़ा पूरे का पूरा पॉलिप जोड़ा है वो की है इसके अंदर छुप सकता है. एंड अनदर थिंग इज दैट द हाइड्रोथिका इज ओपन एट द डिस्टल एंड कब कह रहे हैं ताकि प्रॉपरली जी रिक्वायरमेंट के अकॉर्डिंग विड्रॉ से एक्सपैंड कर ली. इन कंट्रैक्ट पॉलिप द टेंटिकल आर शॉर्टन एंड फोल्डेड ओवर द मेनूब्रियम. सो ये देखो जो कंट्रैक्टेड है वो की है मेनूब्रियम के उत्ते शॉर्टन हो जाते तो उसके उपर के कवर कर लेंगे. एंड वैन देर आर इन एक्सपेंडिड फॉर्म वो की बाहरले पासे देखो इस तरीके एक्सपैंड हो जाते. द इनर सरफेस ऑफ द बेस ऑफ द हाइड्रोथिका प्रोजेक्ट इनवर्ड एज अ सर्कुलर शेफ्ट विद एन अपर्चर इन द सेंटर. देखो ये आप क्या हाइड्रोथिका वो थले आसे पासे के थले की अपर्चर है मीनस ये आप वी एस एंड दैट इज कॉल्ड एज अ शेफ्ट सेंटर की अपर्चर है. सो पॉलिप रेस्ट ऑन द शेल्फ एंड इज कंटिन्यूस विद द सीनोसाक ऑफ द कॉलोनी थ्रू द एक्सटर्नल अपर्चर या और कॉल्ड एज सेंटर अपर्चर. जब सेंटर अपर्चर है वो आ सीनोसाक जी है वो प्रॉपरली ये कवर हो जाते हैं. बट ਜਿਹੜੇ ਜ਼ੂਆਇਡ ਦੇ ਦੁਆਲੇ ਹਾਈਡਰੋਥਿਕਾ ਹੁੰਦਾ ਹੈ ਜਾਂ ਪੋਲਿਪ ਦੇ ਦੁਆਲੇ ਹਾਈਡਰੋਥਿਕਾ ਹੁੰਦਾ ਅਸੀਂ ਉਸ ਨੂੰ ਕਹਿੰਦੇ ਹਾਂ ਥੀਕੇਟ ਐਂਡ ਜਿਹਨਾਂ ਦੇ ਦੁਆਲੇ ਨਹੀਂ ਹੁੰਦਾ ਦੈਟ ਇਜ਼ ਲੈਕ ਇਜ਼ ਕਾਲਡ ਐਜ਼ ਏਥੀਕੇਟ. ਸੋ ਇਟ ਇਜ਼ ਕਾਲਡ ਐਜ਼ ਥੀਕੇਟ ਔਰ ਕਾਲਡ ਐਜ਼ ਏਥੀਕੇਟ. ਠੀਕ ਹੈ. ਸੋ ਦੋ ਕੰਡੀਸ਼ਨ ਆ ਗਈਆਂ ਹੈ ਤੇ ਨਹੀਂ. नो हर आप क्या सारी कॉलोनी के सेंटर एक कैविटी है. सिमिलरली पॉलिप की सेंटर भी कैविटी है दैट इज कॉल्ड एज अ गैस्ट्रोवैस्कुलर कैविटी. दैट इज माउथ ऑफ द पॉलिप ओपन इनटू अ कैविटी दैट इज कॉल्ड एज अ गैस्ट्रोवैस्कुलर कैविटी. इट इज कम्युनिकेट बाय नैरो पैसेज विद द गैस्ट्रोवैस्कुलर कैविटी ऑफ द कॉलोनी. ठीक है. आप हिस्टोलॉजिकली देखिए तो पॉलिप जोड़ा है वो दो लेयर्स तो बनया होंगे. outer one is called as a epidermis and inner that was a outer is thin होंगी है and is called as epidermis and inner layer जी है रेड कलर ना दिखा रहे that is thick that is called as a gastrodermis. इन्हां दोनों layers ਦੇ ਵਿਚਕਾਲੇ ਜਿਹੜੀ ਬਟੀ black marking ਦਿਖਾ ਰਹੇ ਹਨ both the layers having between them there is another space ਕਹਿ ਸਕਦੇ ਆ and that space thin sheet ਹੁੰਦੀ है नॉन सेलुलर जेली लाइक मटीरियल कॉल्ड मिजोग्लिया. ठीक है. सो हियर इट इज अ मिजोग्लिया मीन्स बाहर एपिडर्मिस फिर मिजोग्लिया फिर गैस्ट्रोडर्मिस इज प्रेजेंट. तीन लेयर समझ आ गए. बाहर वाली केड़ी है एपिडर्मिस उस तो बाद मिजोग्लिया एंड थर्ड की है गैस्ट्रोडर्मिस. सो दैट मीनस एंड जी दोनों लेयर्स ने एपिडर्मिस ते दोज ऑफ द गैस्ट्रोडर्मिस एक ही है माउथ रीजन ਤੇ ਆ ਕੇ ਕੀ ਹੈ ਇੱਕ ਦੂਜੇ ਨਾਲ ਕੰਟੀਨਿਊਸ ਹੋ ਜਾਂਦੇ. ਠੀਕ ਹੈ. ਜਦੋਂ ਆਪਾਂ ਇਹਨਾਂ ਦੀ ਦ ਐਨੀਮਲ ਵਿਚ ਹੈਵਿੰਗ ਬੋਥ ਦ ਲੇਅਰਸ ਟੂ ਲੇਅਰਸ ਤੋਂ ਡਿਵੈਲਪ ਹੁੰਦੇ ਆਪਾਂ ਨੂੰ ਕਹਿੰਦੇ ਆ ਡਿਪਲੋਬਲਾਸਟਿਕ ਐਨੀਮਲ. ਸੋ ਦੈਟ ਮੀਨਸ ਦਿਸ ਇਜ਼ ਅ ਡਿਪਲੋਬਲਾਸਟਿਕ ਐਨੀਮਲ. ਕਿ ਓਵੀਲੀਆ ਇਜ਼ ਅ डिप्लोब्लास्टिक एनिमल. सो एपिडर्मिस
ਤੇ ਗੈਸਟ੍ਰੋਡਰਮਿਸ ਬਾਰੇ ਆਪਾਂ ਡਿਟੇਲ ਜਿਹੜੀ ਹੈ ਕਰਾਂਗੇ, ਉਹ ਆਪਾਂ ਆਪਣੀ ਨੈਕਸਟ ਵੀਡੀਓ 'ਚ ਕਰਾਂਗੇ। ਬਿਕੋਜ਼ ਐਪੀਡਰਮਿਸ is not a just a epithelial cell, but they contain a large number of cell, like they having a muscular cell या epitheliomuscular cell, they having interstitial cell, nerve cell, then having 5 type of cell, nematoblast cells, ठीक है। सो इस करके it is very important, so we will start with the next chapter, next lecture from the topic layers of the ovillia, that is epidermis and the gastrodermis.